चलो अगे 7% स्कीम आई सी लोगों ट्रैक्टर जिमींदार भरावां मिल गया सी हुण ग्रीन स्कीम आई है अगे तो लोलीपॉप वाला सिस्टम मिलता है हुंदा है हिसाब किताब बाकी देन किसी पासे बेचारे जिमींदार परेशान बैठे ने अजे कई जल्दियां कणकां बीजने पईयां साडा ट्रैक्टर निकलिया सानूं मिल गया रौले पै ने सारे ते उधर ध्याने लगे ने और रौले किते निबड़न ते सीधे पतरे होण ते ट्रैक्टर देन हुण हर पासे रौले पै ने राह बंद ने दुनिया जलील होई पई कोई उत्थे जलील होई पई कोई इत्थे जलील। अस्सलाम वालेकुम दोस्तों अपना चैनल पीके यूट्यूब चैनल च खुश आमदीद। अज दोस्तों मौजूद हैं जी रियाज जट के जरिए हालात जिमींदारों की खुशखबरी है। मरियम नवाज वजीर आला पंजाब मरियम नवाज ने जी खुशखबरी सुनाई है जेडे जिमींदार ग्रीन ट्रैक्टर स्कीम दे विच उन्हां दे चलो नहीं निकलिया जिन्हां दा नाम बाकी जिन्हां दा नाम निकले ने उन्हां नूं फिलहाल अजे ट्रैक्टर नहीं मिले वो तो भी गलबात करांगे क्यों नहीं मिले। मैं पिछली वीडियो भी दस्सिया लेकिन काफ़ी भाई दोबारा कॉल कर रहे थे भाई रियाज मरियम नवाज ने दोबारा एक ऑफर कढ़ी है कि गंदम उगाओ तो ट्रैक्टर फ्री पाओ। ये बकायदा तौर पर एप्लीकेशन भी ਜਿਹੜੀਆਂ ਨੇ जमा होनियां शुरू हो गई महकमा ज़राअत दा ਜਿਹੜੀ वैबसाइट है उत्थे होनियां शुरू हो गई तो इस तो इलावा गल करिए दो मौके दिते है जी फ्री ट्रैक्टर हासिल करने के ट्रैक्टर मिलणगे ग्रीन। पहली ये है कि गंदम ਜਿਹੜੇ ने 25 एकड़ तो ज़्यादा ਜਿਹੜੇ गंदम काश्त करेंगे ज़मींदार उन्होंने 1000 ट्रैक्टर ग्रीन ट्रैक्टर ਜਿਹੜੇ तकसीम किए जाएंगे वो बकायदा तौर पर एप्लीकेशन जमा होनियां शुरू हो गई तो वो भी कूड़ा अंदाजी होएगी। दूसरी गल ये है भाई रियाज ਜਿਹੜੇ ਬੰਦੇ ਹੁਣ गंदम काश्त करते पे ने ਉਹਦੇ ਵਿੱਚ ਮੁਕਾਬਲਾ ਹੁੰਦਾ ਵੀ ਕਿਹਦੀ ਜ਼ਿਆਦਾ ਪੈਦਾਵਾਰ ਹੁੰਦੀ ਹੈ ਤੇ ਇਹਦੇ ਵਿੱਚ ਜੀ ਉਹਨਾਂ ਦੋ ਰੱਖੀਆਂ ਨੇ ਟਰਮਾਂ ਸੂਬਾਈ ਸਤ੍ਹਾ ਦੇ ਤੇ ਇਸ ਤੋਂ ਇਲਾਵਾ ਜ਼ਿਲ੍ਹੀ ਸਤ੍ਹਾ ਦੇ ਉੱਤੇ। ਸੂਬਾਈ ਸਤ੍ਹਾ ਦੇ ਉੱਤੇ ਜਿਹੜਾ ਬੰਦਾ ਪਹਿਲੇ ਨੰਬਰ ਤੇ ਆਏਗਾ ਉਹਨੂੰ ਜੀ ਕਿਹਾ ਜੀ 385 4x4 ਮਿਲੇਗਾ। ਵਾਹ ਹੈ ਗੱਲ ਨਹੀਂ ਹੋ ਗਈ ਕਮਾਲ ਤੇ ਜਿਹੜਾ ਬੰਦਾ ਦੂਜੇ ਨੰਬਰ ਤੇ ਆਏਗਾ ਉਹਨੂੰ 75 HP 4x4 ਤੇ ਤੀਜੇ ਨੰਬਰ ਵਾਲੇ ਨੂੰ 60 HP 4x4 ਜਿਹੜੇ ਸੂਬਾਈ ਲੈਵਲ ਤੇ ਪੈਦਾਵਾਰ ਜਿਹਦੀ ਗੰਦਮ ਦੀ ਜ਼ਿਆਦਾ ਆਈ ਪਹਿਲੇ ਦੂਜੇ ਤੀਜੇ ਨੰਬਰ ਵਾਲਿਆਂ ਨੂੰ ਇਹ ਇਨਾਮ ਦਿੱਤੇ ਜਾਣਗੇ ਯਾਨੀ ਕਿ 385 4x4 75 4x4 ਤੇ 60 4x4। ਇਸ ਤੋਂ ਇਲਾਵਾ ਭਾਈ ਰਿਆਜ਼ ਜ਼ਿਲ੍ਹੇ ਲੈਵਲ ਦੇ ਉੱਤੇ ਵੀ ਜਿਹੜੇ ਇਹਦਾ ਵੀ ਉਹ ਵੀ ਚੈੱਕ ਕਰਨਗੇ ਵੀ ਉਹਦੇ ਵਿੱਚ ਕਿਹੜੇ ਤਿੰਨ ਪੋਜੀਸ਼ਨਾਂ ਆਉਣਗੀਆਂ ਉਹਨਾਂ ਨੂੰ ਵੀ ਮਿਲਣਗੇ। ਜ਼ਿਲ੍ਹੇ ਲੈਵਲ ਦੇ ਉੱਤੇ ਪਹਿਲਾ ਨਾਮ ਰੱਖਿਆ ਜੇ 10 ਲੱਖ ਰੁਪਈਆ ਤੇ ਦੂਜਾ ਨਾਮ ਰੱਖਿਆ 8 ਲੱਖ ਰੁਪਈਆ ਤੀਜਾ ਨਾਮ ਰੱਖਿਆ ਜੇ 5 ਲੱਖ ਰੁਪਈਆ। ਵਾਹ ਜੀ ਵਾਹ ਬੜੀ ਗੱਲ। ਤੇ ਭਾਈ ਰਿਆਜ਼ ਪਹਿਲਾਂ ਵੀ ਕਿਤੇ ਨਾਮ ਨੂੰ ਇਹੋ ਜਿਹੇ ਚੱਲੇ ਨੇ ਕਿ ਪਹਿਲੀ ਦਫਾ ਹੀ ਹੋ ਰਿਹਾ? ਪਹਿਲੀ ਦਫਾ ਹੀ ਹੋਣ ਲੱਗਾ ਜੇ ਹੋ ਗਿਆ ਤੇ ਹਾਂ ਤੇ ਕੀ ਖਿਆਲ ਹੈ ਜ਼ਿਮੀਂਦਾਰ ਕਈ ਜਿਨ੍ਹਾਂ ਗੰਦਮ ਕਾਸ਼ਤ ਕੀਤੀ ਹੈ ਕਿ ਦੁਬਾਰਾ ਉਹ ਕਾਸ਼ਤ ਕਰ ਰਹੇ ਨੇ ਕਿ ਨਹੀਂ ਕੋਈ ਫਰਕ ਪਿਆ ਕੀ ਤੁਹਾਡਾ ਕੀ ਕਾਸ਼ਤ ਉਹਨੇ ਹੀ ਕਰਨੀ ਹੈ ਕਿਹੜਾ ਕਿਸੇ ਨਾਮ ਤੇ ਕਰਨੀ ਜਾਂ ਕਰਾਣੀ ਹੈ ਜਿੰਨੇ ਕੋਲ ਪਹਿਲੀ ਹੈ ਬੰਦਿਆਂ ਨੇ ਕਣਕ ਲਈ ਬੀਜਿਆ ਨੇ ਕਣਕ ਬੀਜਣੀ ਕਣਕ ਤੋਂ ਬਗੈਰ ਤੇ ਬੀਜਣ ਤੋਂ ਗੁਜ਼ਾਰਾ ਹੀ ਨਹੀਂ। ਬਿਲਕੁਲ ਕਣਕ ਨਾ ਬੀਜਣ ਤੇ ਕੀ ਬੀਜਣ ਬਾਕੀ ਕਿਸੇ ਫਸਲ ਦਾ ਵੀ ਕੋਈ ਹਿਸਾਬ ਤਾਂ ਨਹੀਂ ਅੱਲਾ ਕਰੇ ਜੇ ਕਣਕ ਦਾ ਇਹ ਰੇਟ ਚੰਗਾ ਹੋਵੇ ਲੋਕਾਂ ਠੇਕੇ ਭਰੇ ਨੇ 50 ਰੁਪਏ ਜਲੀਲ ਹੁੰਦੇ ਪੈਣ ਜਿਵੇਂ ਕਿ ਮੂੰਜੀ ਜਲੀਲ ਹੁੰਦੀ ਵੀ ਕਣਕ ਵੀ ਹੋਈ ਹੈ ਅਗਰ ਨੈਕਸਟ ਟਾਈਮ ਚਲੋ ਜੇ ਕੁਛ ਹੈ ਬਚ ਗਈ ਤੇ ਬਚ ਗਈ ਜ਼ਿਮੀਂਦਾਰ ਚਾਰੇ ਮਰ ਜਾਂਦੇ ਥਾਂ। ਜ਼ਿਮੀਂਦਾਰ ਕੋਲ ਹੁਣ ਵੇਖੇ ਨਾ ਮਾਰਕੀਟ ਕੋਈ ਬੰਦਾ ਨਹੀਂ ਹੈ ਜ਼ਿਮੀਂਦਾਰ ਕੋਲ ਪੈਸਾ ਆਉਣਾ ਨੂੰ ਸਾਡੇ ਕੋਲ ਆਉਣਾ ਕਿਸੇ ਨੇ ਹੱਲ ਲੈਣੀ ਕਿਸੇ ਨੇ ਛੱਤ ਲੈਣੀ ਕਿਸੇ ਨੇ ਹੁੱਕ ਲੈਣੀ ਕਿਸੇ ਨੇ ਕੁਛ ਹੈ ਲੈਣੀ। ਜੇ ਜ਼ਿਮੀਂਦਾਰ ਕੋਲ ਪੈਸਾ ਨਾ ਹੋਇਆ ਤਾਂ ਜ਼ਿਮੀਂਦਾਰ ਕਿੱਧਰ ਜਾਣਾ। ਹੁਣ ਮੈਂ ਉਸ ਦਿਨ ਪਿੰਡ ਗਿਆ ਕੱਪੜੇ ਵਾਲੀ ਦੁਕਾਨਾਂ ਵਾਲੇ ਜਮਣਾ ਰੋਣ ਡਿਆ ਸੀ ਵੀ ਜ਼ਿਮੀਂਦਾਰ ਹੈ ਕੋਈ ਨਹੀਂ ਜੁੱਤੀਆਂ ਵਾਲੇ ਰੋਣ ਡਿਆ ਸ਼ਹਿਰ ਦੇ ਵੀ ਬੰਦ ਵਾਲਾ ਸਿਸਟਮ ਹੈ ਐਵੇਂ ਬਾਜ਼ਾਰ ਟਾਵਾਂ ਕੋਈ ਬੰਦਾ ਹੈਗਾ ਜਿਹੜਾ ਕੋਈ ਵਿਆਹ ਛੱਡ ਜਾਣਾ ਤੇ ਲੈਂਦਾ ਤੇ ਬਾਕੀ ਹੁਣ ਅੱਗੇ ਵਾਲਾ ਸਿਸਟਮ ਕੋਈ ਨਹੀਂ ਹਰ ਬੰਦਾ ਹੀ ਪਰੇਸ਼ਾਨ ਹੈ। ਕੋਈ ਆ ਜਿਹੜੇ ਬਿੱਲ ਨੇ ਇਹ ਬਾਂਹ ਦਿੱਤੀ ਖਲੇ ਨੇ ਬਿੱਲ ਇਹਨੇ ਆਉਂਦੇ ਪੈਣੇ ਸੋਚ ਤੋਂ ਜ਼ਿਆਦਾ ਬਿੱਲ ਆਉਂਦੇ ਪੈਣੇ ਤੇ ਬਹੁਤ ਜ਼ਿਆਦਾ ਦੁਨੀਆ। ਬਾਕੀ ਜੀ ਅਸੀਂ ਤੇ ਤੁਹਾਨੂੰ ਇਹ ਨਹੀਂ ਆਉਂਦੇ ਵੀ ਗੰਦਮ ਨਾ ਕਾਸ਼ਤ ਕਰੋ ਗੰਦਮ ਤੇ ਕਾਸ਼ਤ ਕਰਨੀ ਚਾਹੀਦੀ ਹੈ ਕਿਉਂਕਿ ਇਹਦੇ ਨਾਲ ਪੂਰੇ ਮੁਲਕ ਦਾ ਸਮਝ ਰਿਜ਼ਕ ਵਸਤਾ ਹੋਇਆ ਬਿਲਕੁਲ ਐਵੇਂ ਗੱਲ ਕਿਉਂਕਿ ਗਰੀਬ ਨੇ ਤੇ ਮਰ ਜਾਏਗਾ ਨਾ ਕਾਸ਼ਤ ਕਰੋਗੇ ਗੰਦਮ ਮਹਿੰਗੀ ਹੋਏਗੀ ਚਲੋ ਤੁਸੀਂ ਤੇ ਕੋਈ ਹੋਰ ਫਸਲ ਬੀਜ ਲੋਗੇ ਜਿਹੜਾ ਵਿਚਾਰਾ ਦਿਹਾੜੀਦਾਰ ਤਬਕਾ ਉਹ ਤੇ ਮਰ ਗਿਆ ਸਮਝੋ ਥਾਂ ਮਰ ਗਿਆ ਥਾਂ। ਤੇ ਇਸ ਤੋਂ ਇਲਾਵਾ ਜੀ ਇੱਕ ਹੋਰ ਖਬਰ ਸੁਣੀ ਹੈ ਭਾਈ ਰਿਆਜ਼ ਕਹਿੰਦੇ ਜੀ ਸਰਕਾਰੀ ਰਾਜ਼ੀ ਦੇ ਉੱਤੇ ਕਹਿੰਦੇ ਕਿੰਨੇ ਲੱਖ ਜਿਹੜੀ ਹੈ ਏਕੜ ਦੇ ਉੱਤੇ ਗੰਦਮ ਕਾਸ਼ਤ ਕਰ ਲਈ ਗਈ ਹੈ ਇਸ ਸੀਜ਼ਨ ਦੇ ਵਿੱਚ। ਚਲੋ ਚੰਗੀ ਗੱਲ ਹੈ ਗੰਦਮ ਕਾਸ਼ਤ ਕੀਤੀ ਗਈ ਹੈ ਚਲੋ ਕੋਈ ਗਾਣ ਵਾਲੇ ਹੋਣ ਦੇ ਕੋਈ ਵੱਢਣ ਵਾਲੇ ਹੋਣ ਦੇ ਕੋਈ ਮਸ਼ੀਨਾਂ ਵਾਲੇ ਹੋਣ ਦੇ ਚਲੋ ਸਾਰਾ ਰਿਜ਼ਕ ਲੱਭ ਜਾਏਗਾ ਜੇ ਗੰਦੇ ਵੀ ਨਾ ਨਹੀਂ ਲੋਕਾਂ ਬੀਜੀ ਤੇ ਕਿੱਥੋਂ ਸਾਰਾ ਸੈਟਅਪ ਸਿਸਟਮ ਚੱਲਣਾ ਹੈ। ਬਾਕੀ ਜੇ ਅਗਰ ਸਰਕਾਰੀ ਰਾਜ਼ੇ ਦੇ ਉੱਤੇ ਇਹ ਗੰਦਮ ਕਾਸ਼ਤ ਕੀਤੀ ਗਈ ਹੈ ਤੇ ਉਹਨਾਂ ਨੂੰ ਬਕਾਇਦਾ ਤੌਰ ਤੇ ਇਸ ਦਫਾ ਰੇਟ ਅੱਛਾ ਮਿਲੇਗਾ ਕਿਉਂਕਿ ਉਹਨਾਂ ਆਪ ਤੇ ਘਾਟਾ ਖਾ ਨਹੀਂ ਸਕਣਾ ਤੇ ਜ਼ਿਮੀਂਦਾਰ ਜਿਹੜੇ ਗੰਦਮ ਕਾਸ਼ਤ ਕਰਦੇ ਪਏ ਨੇ ਇਸ ਦਫਾ ਪਿਛਲੇ ਸਾਲ ਵਰਗੀ ਮਾਰ ਨਹੀਂ ਪੈਣੀ। ਅਸੀਂ ਪਿਛਲੇ ਦਫਾ ਅਸੀਂ ਆਨੇ ਆ ਮਾਰ ਪਈ ਹੈ ਤੇ ਉਹ ਕਿਉਂ ਪਈ ਨਿਗਰਾਨ ਹੁਕੂਮਤ ਆਈ ਉਹਨਾਂ ਬਾਹਰੋਂ ਗੰਦਮ ਇੰਪੋਰਟ ਕੀਤੀ ਜਿਹਦੀ ਵਜ੍ਹਾ ਤੋਂ ਵਾਪਸ ਸਟਾਕ ਮੁਲਕ ਦੇ ਵਿੱਚ ਹੋ ਗਿਆ ਤੇ ਕਾਫੀ यानी कि मुश्किल हालात रहे जमींदारों वास्ते उन्हें बड़ी मुश्किल अपने आप यानी कि संभालिया। ते इस दफा रेट इंशाल्लाह जी गंदम के बेहतर होंगे ते
ਹਿੰਮਤ ਨਹੀਂ ਹਾਰਨੀ। ਜਿਹੜੇ ਗੰਦਮ ਕਾਸ਼ਤ ਕਰਦੇ ਪਏ ਨੇ ਉਹਨਾਂ ਨੂੰ ਬਾਹਰ ਚੜ੍ਹ ਕੇ ਗੰਦਮ ਕਾਸ਼ਤ ਕਰਨੀ ਚਾਹੀਦੀ ਹੈ। ਬਾਕੀ ਵਜ਼ੀਰ ਵਾਲਾ ਪੰਜਾਬ ਮਰੀਮ ਨਵਾਜ਼ ਨੇ ਵੀ ਯਕੀਨ ਦਹਾਨੀ ਕਰਾਈ ਹੈ ਕਿ ਇਸ ਦਫਾ ਮੁਨਾਫਾ ਮੈਂ ਲੈ ਕੇ ਦੇਵਾਂਗੀ। ਉਹਨੇ ਕਿਹਾ ਜੀ ਮੁਨਾਫਾ ਮੈਂ ਲੈ ਕੇ ਦੇਵਾਂਗੀ। ਚਲੋ ਲੈ ਕੇ ਦੇਵੇ ਜਨਾਬ, ਚੰਗੀ ਗੱਲ ਹੀ, ਨਾ ਲੈ ਕੇ ਦੇਵੇ ਤੇ ਕਿਹੜੀ ਗੱਲ ਹੈ। ਆਹੋ ਤੇ ਅੜਕਾ ਭਾਈ ਬੜੇ ਬੜੇ ਜ਼ਿਮੀਂਦਾਰ ਜਿਹੜੇ ਗੰਦਮ ਵਾਲੇ ਜ਼ਿਮੀਂਦਾਰ ਨੂੰ ਆਫਰਾਂ ਦਿੱਤੀਆਂ ਜਾ ਰਹੀਆਂ ਨੇ। 2 ਮੌਕੇ ਦਿੱਤੇ ਨੇ ਫ੍ਰੀ ਟਰੈਕਟਰ ਹਾਸਲ ਕਰਨ ਦੇ। ਗੰਦਮ ਕਾਸ਼ਤ ਕਰੋ 25 ਏਕੜ ਤੋਂ ਜ਼ਿਆਦਾ ਰਕਬੇ ਜਿਹੜੇ ਗੰਦਮ ਕਾਸ਼ਤ ਕਰਨਗੇ ਉਹਨਾਂ ਨੂੰ ਫ੍ਰੀ ਟਰੈਕਟਰ ਦਾ 1000 ਟਰੈਕਟਰ ਦਿੱਤੇ ਜਾਣਗੇ। ਜਿਹੜੇ 25 ਏਕੜ ਤੋਂ ਘੱਟ ਨੇ 12 ਏਕੜ ਤੱਕ ਨੇ ਉਹਨਾਂ ਦੇ ਲੈਵਲ ਦਿੱਤੇ ਜਾਣਗੇ। ਠੀਕ ਹੈ ਜੀ, ਇਹ 2 ਸਕੀਮਾਂ ਨੇ। ਤੇ ਜਿਹੜੇ ਬਕਾਇਦਾ ਤੌਰ ਤੇ ਜਿਹੜੇ ਪੈਦਾਵਾਰ ਦੀ ਸਤ੍ਹਾ ਤੇ ਇਨਾਮ ਰੱਖੇ ਨੇ ਉਹ ਵੀ ਟਰੈਕਟਰ ਹੀ ਰੱਖੇ ਨੇ। ਤੇ ਅੱਜ ਕੱਲ੍ਹ ਭਾਈ ਦੇ ਟਰੈਕਟਰ ਬੜੇ ਮਹਿੰਗੇ ਹੋ ਗਏ ਨੇ ਤੇ ਬਾਕੀ ਹਕੂਮਤ ਜਿਹੜੀ ਟਰੈਕਟਰਾਂ ਦੇ ਨਾਮ ਦੇ ਚਲੋ ਅੱਗੇ 7% ਸਕੀਮ ਆਈ ਸੀ, ਲੋਕਾਂ ਨੂੰ ਟਰੈਕਟਰ ਜ਼ਿਮੀਂਦਾਰਾਂ ਭਰਾਵਾਂ ਨੂੰ ਮਿਲ ਗਿਆ ਸੀ। ਹੁਣ ਆ ਗ੍ਰੀਨ ਸਕੀਮ ਆਈ ਏ, ਇਹ ਤਾਂ ਲੋਲੀਪਾਪ ਵਾਲਾ ਸਿਸਟਮ ਮਿਲਦਾ ਹੁੰਦਾ ਹੈ ਹਿਸਾਬ ਤਾਂ। ਬਾਕੀ ਦੇਣ ਕਿਸੇ ਪਾਸੇ ਵਿਚਾਰੇ ਜ਼ਿਮੀਂਦਾਰ ਪਰੇਸ਼ਾਨ ਬੈਠੇ ਨੇ। ਅਜੇ ਕਈਆਂ ਜਦੀਆਂ ਕਣਕਾਂ ਬੀਜਣੇ ਪਈਆਂ, ਸਾਡਾ ਟਰੈਕਟਰ ਨਿਕਲਿਆ ਸਾਨੂੰ ਮਿਲਦਾ ਤੇ ਫਿਰ ਹੁੰਦਾ ਹੈ ਕਿ ਟਾਈਮ ਲੰਘ ਗਿਆ ਤੇ ਫਿਰ ਕੀ ਫਾਇਦਾ ਹੋਇਆ। ਤੇ ਭਾਈ ਦੇ ਬੰਦੇ ਕਾਫੀ ਕਾਲ ਕਰ ਰਹੇ, ਅਸੀਂ ਪੇਮੈਂਟ ਵੀ ਜਮ੍ਹਾਂ ਕਰਾ ਦਿੱਤੀ ਬਕਾਇਆ ਤੇ ਟਰੈਕਟਰ ਸਾਨੂੰ ਨਹੀਂ ਮਿਲਦੇ ਪਏ। ਉਹ ਰੌਲੇ ਪੈ ਨੇ ਨਾ ਸਾਰੇ ਤੇ ਉਧਰ ਧਿਆਨੇ ਲੱਗੇ ਨੇ। ਉਹ ਰੌਲੇ ਕਿਤੇ ਨਿਬੜਨ ਤੇ ਸਿੱਧੇ ਪੱਧਰੇ ਹੋਣ ਤੇ ਟਰੈਕਟਰ ਦੇਣ। ਹੁਣ ਹਰ ਪਾਸੇ ਰੌਲੇ ਪੈ ਨੇ, ਰਾਹ ਬੰਦ ਨੇ, ਦੁਨੀਆ ਜਲੀਲ ਹੋਈ ਪਈ, ਕੋਈ ਉੱਥੇ ਜਲੀਲ ਹੋਈ ਪਈ, ਕੋਈ ਇੱਥੇ ਜਲੀਲ ਹੋਈ ਪਈ ਹੈ। ਬਾਕੀ ਜੀ ਅੱਜ ਰਾਹ ਖੁੱਲ ਗਏ ਨੇ ਤੇ ਪਤਾ ਨਹੀਂ ਨਤੀਜਾ ਕਿਸ ਪਾਸੇ ਪਹੁੰਚਿਆ ਹੈ। ਇਹ ਉਹਨਾਂ ਕੌਣ ਬਸ਼ਰ ਅੱਲਾ ਹੀ ਜਾਣੇ, ਕੋਈ ਪਤਾ ਨਹੀਂ ਕੀ ਬਣਦਾ ਤੇ ਕੀ ਨਹੀਂ ਬਣਦਾ। ਬਾਕੀ ਕੋਈ ਹੁਕੂਮਤ ਹੋਵੇ, ਕੋਈ ਹੋਵੇ ਹਿਸਾਬ ਕਿਤਾਬ, ਰੌਲੇ ਰੱਪੇ ਲੈ ਗਏ ਨੇ ਮੁਲਕ ਨੂੰ ਪਿਆਰ ਪਾਸੇ। ਆਏ ਦਿਨ ਜੀ ਧਰਨੇ, ਆਏ ਦਿਨ ਇਹੋ ਜਿਹੇ ਤਜਾਜ ਕਿ ਨਾ ਕਿ ਪਾਸੇ ਗੱਲ ਪਤਾ ਨਹੀਂ ਲੱਗੀ ਹੈ। ਕੋਈ ਖਬਰ ਕੋਈ ਸਮਝ ਨਹੀਂ ਆਈ ਵੀ ਕੀ ਹੋਇਆ। ਮੁਜ਼ਾਕਰਾਤ ਕਾਮਯਾਬ ਹੋ ਗਏ ਨੇ। ਅੱਲਾ ਕਰੇ ਜੀ ਮੁਜ਼ਾਕਰਾਤ ਕਾਮਯਾਬ ਹੋਣ, ਕਿਸੇ ਪਾਸੇ ਕੰਮ ਬਣੇ, ਕੋਈ ਕੰਮ ਲੱਗੇ, ਕੋਈ ਕੰਮ ਹੋਵੇ ਹਿਸਾਬ ਕਿਤਾਬ। ਬਾਕੀ ਭਾਈ ਜੀ ਮਾਰਕੀਟ ਦੀ ਕੀ ਸੂਰਤ ਹਾਲ ਚੱਲ ਰਹੀ? ਮਾਰਕੀਟ ਤੇਰੇ ਸਾਹਮਣੇ ਕੋਈ ਬੰਦਾ ਹੀ ਨਹੀਂ ਹੈ। ਮਾਰਕੀਟ ਬਹੁਤ ਹਾਲਾਤ ਖਰਾਬ ਨੇ। ਬਾਕੀ ਮੈਂ ਮਜ਼ੀਦ ਗੱਲ ਐਡ ਕਰਦਾ ਜਾਵਾਂ, ਕਾਫੀ ਜ਼ਿਮੀਂਦਾਰ ਕਾਲ ਕਰ ਰਹੇ ਸੀ ਕਿ ਸਾਨੂੰ ਟਰੈਕਟਰ ਨਹੀਂ ਮਿਲਦੇ ਪਏ, ਅਸੀਂ ਪੇਮੈਂਟ ਵੀ ਜਮ੍ਹਾਂ ਕਰਾ ਦਿੱਤੀ ਹੈ। ਉਹ ਅੱਜ ਗੱਲ ਹੋਈ ਹੈ, ਉਹਨਾਂ ਦਾ ਇਹ ਕਹਿਣਾ ਕਿ ਤੁਸੀਂ ਤੇ ਪੇਮੈਂਟ ਜਮ੍ਹਾਂ ਕਰਾਤੀ ਹੈ ਲੇਕਿਨ ਹੁਕੂਮਤ ਦੀ ਤਰਫੋਂ 10 ਲੱਖ ਰੁਪਈਆ ਨਹੀਂ ਅਜੇ ਤੱਕ ਕੰਪਨੀ ਨੂੰ ਪਹੁੰਚਿਆ। ਜਦੋਂ ਤੱਕ ਮੁਕੰਮਲ ਪੇਮੈਂਟ ਨਹੀਂ ਆਉਂਦੀ ਕੰਪਨੀ ਭਾਈ ਡਿਲੀਵਰੀ ਨਹੀਂ ਦਿੰਦੀ। ਤੇ ਜਦੋਂ ਤੱਕ ਕੰਪਨੀ ਨੂੰ ਜਦੋਂ ਤੱਕ ਪੇਮੈਂਟ ਨਹੀਂ ਮੁਕੰਮਲ ਮਿਲਦੀ ਉਸ ਤੋਂ ਪਹਿਲਾਂ ਡਿਲੀਵਰੀ ਨਹੀਂ ਮਿਲ ਰਹੀ। ਬਾਕੀ ਅੱਜ ਕੱਲ੍ਹ ਦੇ ਵਿੱਚ ਡਿਲੀਵਰੀ ਮਿਲਣਾ ਸਟਾਰਟ ਹੋ ਜਾਏਗੀ ਜਿਨ੍ਹਾਂ ਦੀ ਪੇਮੈਂਟ ਆ ਗਈ ਹੈ। ਤੇ ਅੱਜ ਦੀ ਦੋਸਤੋ ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਰਨੀ ਹੈ। ਬਾਕੀ ਇਹ 2 ਆਫਰਾਂ ਹੀ ਤੁਹਾਡੇ ਨਾਲ ਸ਼ੇਅਰ ਕਰਨੀਆਂ ਸੀ। ਮਾਰਕੀਟ ਦੀ ਸੂਰਤ ਹਾਲ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਹੈ। ATS ਵੀ ਮਾਰਕੀਟ ਦੇ ਵਿੱਚ ਖਲੋਤਾ ਭਾਈ ਦੇ ਹਾਜ਼ ਹੋਗਾ ਕਿ ਬੰਦੇ ਨੇ ਲੈਣਾ ਹੋਏ 2 ਲੱਖ ਰੁਪਈਆ ਸਸਤਾ 85-40 ਵੀ ਖਲੋਤੇ ਨੇ ਮਾਰਕੀਟ ਦੇ ਵਿੱਚ, ਯਾਨੀ ਕਿ ਬੁਕਿੰਗ ਰੇਟ ਤੋਂ ਥੱਲੇ ਹੀ ਕੋਈ ਹੁਣ ਔਨ ਸ਼ੋਨ ਨਹੀਂ, ਮਾਰਕੀਟ ਡੈਡ ਲੈਵਲ ਤੇ ਪਹੁੰਚੀ। ਤੇ ਇਹ ਸੂਰਤ ਹਾਲ ਮਾਰਕੀਟ ਦੀ। 7% ਸਕੀਮਾਂ ਵਾਲੇ ਵੀ ਮਾਰਕੀਟ ਦੇ ਵਿੱਚ ਸੇਲ ਕਰਦੇ ਪਏ ਨੇ। ਕਾਫੀ ਦੋਸਤ ਕਹਿ ਰਹੇ ਕਿ ਅਸੀਂ ਟਰੈਕਟਰ ਲੈਣਾ ਜਾਂ ਅਸੀਂ ਸੇਲ ਕਰਨਾ, ਕਿ ਉਹ ਵੀ ਭਾਈ ਅਗਰ ਕਿਸੇ ਨੇ ਸੇਲ ਕਰਨਾ ਹੋਏ ਮਾਰਕੀਟ ਦੇ ਵਿੱਚ ਆ ਸਕਦੇ ਨੇ। ਇੱਥੇ ਭਾਈ ਉਹ ਟਰੈਕਟਰ ਬਾਹਰ ਇੰਪੋਰਟ ਕਰ ਦਿੰਦੇ ਨੇ। ਤੇ ਵੀਡੀਓ ਦੋਸਤੋ ਅੱਜ ਦੀ ਅੱਛੀ ਲੱਗੀ ਲਾਈਕ ਸ਼ੇਅਰ ਕਰਨੀ। ਇਨਸ਼ਾਅੱਲਾ ਮਿਲਾਂਗੇ ਨੈਕਸਟ ਵੀਡੀਓ 'ਚ। ਓਕੇ ਜੀ, ਅੱਲਾ ਹਾਫਿਜ਼।